हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇੜੇ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਧੱਕੇ ਦੀ, ਜੋ ਕਿ ਸ਼ਰੇਆਮ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਰਕਾਰ ਬਹੁਮਤ ਨਾਲ ਜਿੱਤੀ ਹੋਵੇਗੀ ਤੇ ਉਹ ਆਪਣੀ ਮਨਮਰਜ਼ੀ ਦੇ ਫੈਸਲੇ ਨਹੀਂ ਲਵੇਗੀ, ਇਹ ਕਦੇ ਹੋ ਸਕਦਾ ਹੈ। ਸੋ ਇਹ ਕੁਝ ਗਲਤੀਆਂ ਸਾਡੀਆਂ ਵੀ ਨੇ ਜੋ ਅੱਜ ਭੁਗਤਣੀਆਂ ਪੈ ਰਹੀਆਂ ਨੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿਨ੍ਹਾਂ ਨੂੰ ਇਹ ਮੁੱਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਇਸ ਮੁੱਦੇ ਬਾਰੇ ਪਤਾ ਲੱਗ ਸਕੇ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਸਾਨ ਰੋਸ ਕਿਉਂ ਕਰ ਰਹੇ ਨੇ। ਸੋ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਬਾਰੇ ਸਮਝਣ ਦੀ ਲੋੜ ਹੈ। ਬੇਸ਼ੱਕ ਉਹ ਕਿਸਾਨ ਹੋਣ ਜਾਂ ਫਿਰ ਉਹ ਆਮ ਨਾਗਰਿਕ ਹੋਣ, ਕਿਸਾਨ ਨੂੰ ਨੁਕਸਾਨ ਤਾਂ ਹੋਵੇਗਾ ਹੀ ਹੋਵੇਗਾ, ਪਰ ਉਸ ਤੋਂ ਜ਼ਿਆਦਾ ਨੁਕਸਾਨ ਆਮ ਨਾਗਰਿਕਾਂ ਨੂੰ ਹੋਵੇਗਾ ਜੋ ਅਨਾਜ ਖਰੀਦ ਕੇ ਖਾਂਦੇ ਨੇ, ਕਿਉਂਕਿ ਕਿਸਾਨ ਆਪਣੇ ਖਾਣ ਜੋਗਾ ਅੰਨ ਤਾਂ ਸਟੋਰ ਕਰ ਲੈਂਦਾ ਹੈ। ਹਾਂ, ਜੇਕਰ ਤੁਸੀਂ ਅਨਾਜ ਨਹੀਂ ਖਾਂਦੇ ਤਾਂ ਸ਼ਾਇਦ ਤੁਹਾਨੂੰ ਇਹ ਨੁਕਸਾਨ ਨਾ ਹੋਵੇ। ਸੋ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ, ਤੁਹਾਨੂੰ ਬਹੁਤ ਸਾਰੀਆਂ ਗੱਲਾਂ ਨਵੀਆਂ ਸਿੱਖਣ ਨੂੰ ਮਿਲਣਗੀਆਂ ਤੇ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਜੇਕਰ ਅਸੀਂ ਵੋਟਾਂ ਸਮੇਂ ਥੋੜਾ ਜਿਹਾ ਦਿਮਾਗ ਲਗਾ ਕੇ ਗਲਤੀਆਂ ਨਾ ਕਰੀਏ ਤਾਂ ਅੱਜ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ। ਤੇ ਹੁਣ ਆਪਾਂ ਪਹਿਲੇ ਬਿੱਲ ਦੀ ਗੱਲ ਕਰਦੇ ਹਾਂ, ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਫੈਸਿਲਿਟੇਸ਼ਨ ਆਰਡੀਨੈਂਸ 2020, ਜਿਸ ਦਾ ਇਹ ਇੰਗਲਿਸ਼ ਵਿੱਚ ਨਾਮ ਦਿੱਤਾ ਗਿਆ ਹੈ। ਸੋ ਇੱਥੇ ਸਰਕਾਰ ਫ੍ਰੀ ਮਾਰਕੀਟ ਲੈ ਕੇ ਆ ਰਹੀ ਹੈ, ਪਰ ਨਾਲ ਦੇ ਨਾਲ APMC ਨੂੰ ਖਤਮ ਕਰ ਰਹੀ ਹੈ। APMC ਮਤਲਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ, ਤੇ ਪੰਜਾਬੀ ਭਾਸ਼ਾ ਵਿੱਚ ਜੋ ਆਪਣੀਆਂ ਲੋਕਲ ਮੰਡੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ APMC। ਸੋ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਇਹਨਾਂ ਤੋਂ ਇਲਾਵਾ ਵੀ ਹੋਰ ਕਿਤੇ ਵੀ ਫਸਲ ਵੇਚ ਸਕਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਛੋਟਾ ਕਿਸਾਨ ਆਪਣੀ ਲੋਕਲ ਮੰਡੀ ਤੱਕ ਮਸਾਂ ਜਾਂਦਾ ਹੈ। ਉਹ ਪੰਜਾਬ ਤੋਂ ਆਪਣਾ ਅਨਾਜ ਲੈ ਕੇ ਚੰਡੀਗੜ੍ਹ ਵੇਚਣ ਨਹੀਂ ਜਾ ਸਕਦਾ ਜਾਂ ਦਿੱਲੀ ਨਹੀਂ ਜਾ ਸਕਦਾ। ਤੇ ਹੁਣ ਮੰਡੀਆਂ ਤੋਂ ਇਲਾਵਾ ਇਸ ਦੇ ਵਿੱਚ ਪ੍ਰਾਈਵੇਟ ਪਲੇਅਰ ਐਂਟਰ ਹੋਣਗੇ, ਮਤਲਬ ਕਿ ਵੱਡੇ ਉਦਯੋਗਪਤੀ। ਤੇ ਹੁਣ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਮੰਡੀਆਂ ਵਿੱਚ ਵੀ ਅਨਾਜ ਵੇਚ ਸਕਦੇ ਹੋ ਤੇ ਬਾਹਰ ਪ੍ਰਾਈਵੇਟ ਵੱਡੇ ਉਦਯੋਗਪਤੀਆਂ ਨੂੰ ਵੀ, ਮਤਲਬ ਜਿਹੜਾ ਜ਼ਿਆਦਾ ਰੇਟ ਦੇਵੇਗਾ ਕਿਸਾਨ ਉਸ ਨੂੰ ਆਪਣਾ ਅਨਾਜ ਦੇਵੇਗਾ। ਤੇ ਹੁਣ ਤੁਹਾਨੂੰ ਇੱਥੇ ਵੱਡੇ ਪਲੇਅਰਾਂ ਦਾ ਫਾਰਮੂਲਾ ਪਤਾ ਹੀ ਹੈ, ਇਹਨਾਂ ਨੇ ਕੰਪੀਟੀਸ਼ਨ ਖਤਮ ਕਰਨਾ ਹੈ। ਪਹਿਲਾਂ ਤੁਹਾਨੂੰ ਮੰਡੀਆਂ ਤੋਂ ਵੀ ਵਧੀਆ ਭਾਅ ਦੇਣਗੇ ਤਾਂ ਜੋ ਮੰਡੀਆਂ ਖਤਮ ਹੋ ਸਕਣ, ਤੇ ਜਦੋਂ ਕੋਈ ਕੰਪੀਟੀਸ਼ਨ ਵਿੱਚ ਨਹੀਂ ਹੋਵੇਗਾ ਉਸ ਵਕਤ ਫਿਰ ਇਹ ਆਪਣੀ ਮਨਮਾਨੀ ਕਰਨਗੇ। ਤੇ ਮੰਡੀਆਂ ਨੂੰ ਬੰਦ ਕਰਨ ਦਾ ਇਹੀ ਮਾਡਲ 2006 ਵਿੱਚ ਬਿਹਾਰ ਵਿੱਚ ਕੀਤਾ ਗਿਆ ਸੀ ਤੇ ਉਸ ਵਕਤ ਕਿਹਾ ਜਾ ਰਿਹਾ ਸੀ ਕਿ ਬਿਹਾਰ ਦੇ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਏ ਆ ਤੇ ਪੰਜਾਬ ਤੇ ਹਰਿਆਣਾ ਹੁਣ ਇਸ ਤੋਂ ਪਿੱਛੇ ਰਹਿ ਜਾਣਗੇ। ਪਰ ਬਿਹਾਰ ਵਿੱਚ ਇਹ ਮਾਡਲ ਬੁਰੀ ਤਰ੍ਹਾਂ ਫੇਲ ਹੋਇਆ ਤੇ ਜਿਸ ਤੋਂ ਬਾਅਦ ਉੱਥੋਂ ਦੇ ਛੋਟੇ ਕਿਸਾਨ ਆਪਣੇ ਇੱਥੇ ਕੰਮ ਕਰਨ ਆਉਂਦੇ ਨੇ ਪੰਜਾਬ ਦੇ ਵਿੱਚ ਤੇ ਵੱਡੇ ਬਾਹਰ ਲਿਜਾ ਕੇ ਆਪਣੀ ਫਸਲ ਵੇਚਦੇ ਨੇ, ਤੇ ਕੁਝ ਬਿਹਾਰ ਦੇ ਕਿਸਾਨ ਸ਼ਹਿਰਾਂ ਵਿੱਚ ਚਲੇ ਗਏ ਨੇ ਕੰਮ ਕਰਨ ਲਈ। ਸੋ ਇਹੀ ਤਾਂ ਇਹ ਚਾਹੁੰਦੇ ਨੇ ਕਿ ਕਿਸਾਨ ਸ਼ਹਿਰਾਂ ਦੇ ਵਿੱਚ ਜਾ ਕੇ ਕੰਮ ਕਰੇ। ਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੀ ਸਟੇਟਮੈਂਟ ਸੀ ਕਿ ਸਭ ਤੋਂ ਵੱਡਾ ਰਿਫਾਰਮ ਉਦੋਂ ਹੋਵੇਗਾ ਜਦੋਂ ਅਸੀਂ ਕਿਸਾਨਾਂ ਨੂੰ ਖੇਤੀ ਤੋਂ ਕੱਢ ਕੇ ਸ਼ਹਿਰ ਲੈ ਕੇ ਆਵਾਂਗੇ, ਕਿਉਂਕਿ ਸ਼ਹਿਰ ਵਿੱਚ ਸਸਤੀ ਲੇਬਰ ਦੀ ਜ਼ਰੂਰਤ ਹੈ। ਸੋ ਜਦੋਂ ਤੱਕ ਕਿਸਾਨ ਦੇ ਪ੍ਰਤੀ ਇਦਾਂ ਦੀ ਸੋਚ ਰਹੇਗੀ ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਤੇ ਹੁਣ ਸਾਡੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਪੰਜਾਬ ਤੇ ਹਰਿਆਣਾ ਨੂੰ ਛੱਡ ਦਿਓ, ਪਹਿਲਾਂ ਤੁਸੀਂ ਪੂਰੇ ਇੰਡੀਆ ਦੇ ਵਿੱਚ ਸਾਨੂੰ ਇਹ ਪਲਾਨ ਕਾਮਯਾਬ ਕਰਕੇ ਦਿਖਾ ਦਿਓ, ਤੇ ਜੇਕਰ ਕਿਸਾਨਾਂ ਨੂੰ 5-10 ਸਾਲ ਤੱਕ ਠੀਕ ਲੱਗਿਆ ਤਾਂ ਅਸੀਂ ਆਪ ਹੀ ਨਾ ਨਹੀਂ ਕਰਾਂਗੇ। ਤੇ ਜੇਕਰ ਆਪਾਂ ਹੁਣ ਬਿਹਾਰ ਨੂੰ ਵੀ ਛੱਡ ਦਈਏ ਤੇ ਇਸ ਮਾਡਲ ਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ, ਅਮਰੀਕਾ, ਇੰਗਲੈਂਡ, ਯੂਰਪ, ਇਹਨਾਂ ਸਾਰੇ ਦੇਸ਼ਾਂ ਵਿੱਚ ਇਹ ਮਾਡਲ ਫੇਲ ਹੋ ਚੁੱਕਿਆ ਹੈ। ਯੂਰਪ ਵਿੱਚ ਚੱਲਦਾ ਹੈ ਕਿਉਂਕਿ ਉੱਥੇ ਸਬਸਿਡੀ ਜ਼ਿਆਦਾ ਹੈ ਇਸ ਕਾਰਨ। ਸੋ ਅਮਰੀਕਾ ਵਿੱਚ ਕਈ ਸਾਲਾਂ ਤੋਂ ਓਪਨ ਮਾਰਕੀਟ ਇਕਨੋਮੀ ਹੈ, ਉੱਥੇ ਕੋਈ APMC ਦੀ ਮੰਡੀ ਨਹੀਂ ਹੈ, ਉੱਥੇ ਕੋਈ MSP ਨਹੀਂ ਹੈ। ਸੋ ਅਮਰੀਕਾ ਵਰਗੇ ਦੇਸ਼ ਕੋਲ ਸਾਡੇ ਨਾਲੋਂ ਕਿਤੇ ਜ਼ਿਆਦਾ, ਬਹੁਤ ਹੀ ਜ਼ਿਆਦਾ ਸਹੂਲਤਾਂ ਨੇ ਇਹਨਾਂ ਚੀਜ਼ਾਂ ਨੂੰ ਸਾਂਭਣ ਲਈ, ਤੇ ਉੱਥੇ ਵੀ ਕੰਟਰੈਕਟ ਫਾਰਮਿੰਗ ਹੁੰਦੀ ਹੈ। ਸੋ ਉਹਨਾਂ ਦੇ ਕੋਲ ਵਾਲਮਾਰਟ ਵੀ ਹੈ ਜਿਸ ਦੀ ਕੋਈ ਸਟਾਕ ਲਿਮਿਟ ਨਹੀਂ ਹੈ ਤੇ ਜਿਸ ਬਾਰੇ ਸਾਨੂੰ ਸਭ ਨੂੰ ਪਤਾ ਹੈ, ਪਰ ਫਿਰ ਵੀ ਉਹਨਾਂ ਕੋਲ ਇਹ ਮਾਡਲ ਫੇਲ ਹੋ ਗਿਆ। ਤੇ ਅਸੀਂ ਫਿਰ ਕਿਵੇਂ ਸੋਚ ਲੈਂਦੇ ਹਾਂ ਕਿ ਇੰਡੀਆ ਵਿੱਚ ਇਹ ਕਾਮਯਾਬ ਹੋ ਜਾਵੇਗਾ, ਜਦ ਕਿ ਅਸੀਂ ਇੱਕ ਵਾਰੀ ਫੇਲ ਕਰਕੇ ਬੈਠੇ ਆ। ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਵੀ ਬਹੁਤ ਸਾਰੇ ਕਿਸਾਨ ਸੁਸਾਈਡ ਕਰਦੇ ਨੇ ਹਰ ਸਾਲ, ਤੇ ਜੋ ਉੱਥੋਂ ਦੇ ਕਿਸਾਨਾਂ ਦੇ ਸਿਰ ਤੇ ਬੈਂਕਰਪਸੀ ਹੈ ਉਹ $425 ਬਿਲੀਅਨ ਦੀ ਹੈ। ਤੇ ਯੂਰਪ ਵਿੱਚ ਇਹ ਮਾਡਲ ਇਸ ਕਰਕੇ ਚੱਲਦਾ ਕਿਉਂਕਿ ਉੱਥੇ $100 ਬਿਲੀਅਨ ਦੀ ਸਬਸਿਡੀ ਦਿੱਤੀ ਜਾਂਦੀ ਹੈ ਉੱਥੋਂ ਦੇ ਕਿਸਾਨਾਂ ਨੂੰ। ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਸਾਨ ਆਪਣੀਆਂ ਗੱਲਾਂ ਸਹੀ ਕਹਿ ਰਹੇ ਨੇ, ਕਿਉਂਕਿ ਸਾਲ 2006 ਤੋਂ ਬਾਅਦ ਇਹ ਦੇਖਿਆ ਗਿਆ ਹੈ ਕਿ ਬਿਹਾਰ ਦੇ ਵੱਡੇ ਕਿਸਾਨ ਆਪਣੀਆਂ ਫਸਲਾਂ ਪੰਜਾਬ ਤੇ ਹਰਿਆਣਾ ਵਿੱਚ ਲੈ ਕੇ ਆ ਰਹੇ ਨੇ
ਤਾਂ ਜੋ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲ ਸਕੇ, ਮਤਲਬ ਕਿ MSP। ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ MSP ਤੋਂ ਉੱਤੇ ਕਿਸਾਨ ਨੂੰ ਰੇਟ ਦਵਾਵਾਂਗੇ। ਪਰ ਜੇਕਰ ਬਿਹਾਰ ਦੇ ਲੋਕਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਰੇਟ ਮਿਲ ਰਿਹਾ ਹੁੰਦਾ ਤਾਂ ਉਹ ਪੰਜਾਬ ਜਾਂ ਹਰਿਆਣਾ ਵਿੱਚ ਕਿਉਂ ਆਉਂਦੇ? ਤੇ ਸਰਕਾਰ ਬਹੁਤ ਜ਼ੋਰ ਲਾ ਕੇ ਕਹਿ ਰਹੀ ਹੈ ਕਿ ਅਸੀਂ ਮਿਨੀਮਮ ਸਪੋਰਟ ਬੰਦ ਨਹੀਂ ਕਰਾਂਗੇ। ਜੇਕਰ ਇੰਨਾ ਹੀ ਭਰੋਸਾ ਦਿਵਾਉਣਾ ਹੈ ਤਾਂ ਬਿੱਲ ਦੇ ਵਿੱਚ ਕਿਉਂ ਨਹੀਂ ਲਿਖ ਦਿੰਦੇ? ਸਿਰਫ ਇੱਕ ਲਾਈਨ ਦੀ ਹੀ ਤਾਂ ਗੱਲ ਹੈ, ਕਿਉਂਕਿ ਇਹ ਸਿਕਿਉਰਿਟੀ ਦੇਣੀ ਨਹੀਂ ਚਾਹੁੰਦੇ। ਤੇ ਜੋ ਬਾਹਰ ਵੱਡੇ ਪਲੇਅਰ ਸਾਡੀਆਂ ਫਸਲਾਂ ਖਰੀਦਣਗੇ ਉਹ ਵੱਧਦੇ ਹੀ ਜਾਣਗੇ, ਕਿਉਂਕਿ ਉਹਨਾਂ ਤੇ ਕੋਈ ਟੈਕਸ ਨਹੀਂ ਲੱਗੇਗਾ। ਜਦ ਕਿ APMC ਮੰਡੀਆਂ ਤੇ 6% ਟੈਕਸ ਲੱਗਦਾ ਹੈ ਪੰਜਾਬ ਤੇ ਹਰਿਆਣੇ ਵਿੱਚ, ਤੇ ਉਹ ਟੈਕਸ ਨਾਲ ਆਪਣੇ ਪੰਜਾਬ ਵਰਗੇ ਰਾਜ ਦੇ ਅੰਦਰ 3000 ਕਰੋੜ ਦੀ ਆਮਦਨ ਹੁੰਦੀ ਹੈ, ਜਿਸ ਤੋਂ ਸੜਕਾਂ ਵੀ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪਿੰਡਾਂ ਵਿੱਚ ਗ੍ਰਾਂਟਾਂ ਵੀ ਆਉਂਦੀਆਂ ਨੇ। ਤੇ ਉਹ ਗੱਲ ਵੱਖਰੀ ਹੈ ਕਿ ਸਰਪੰਚ ਕਿੰਨੀਆਂ ਕਲਾਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਬਿੱਲ ਸਮਝ ਆ ਗਿਆ ਹੋਵੇਗਾ। ਇਸ ਬਿੱਲ ਵਿੱਚ ਇਹੀ ਹੈ ਕਿ ਪੂਰੇ ਦੇਸ਼ ਦਾ ਬਾਜ਼ਾਰ ਤੁਹਾਡੇ ਲਈ ਖੁੱਲ੍ਹਾ ਹੈ ਤੇ ਪ੍ਰਾਈਸ ਡਿਸਕਵਰੀ, ਮਤਲਬ ਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਸੰਸਥਾ ਨੂੰ ਕਿਸਾਨ ਆਪਣੀ ਫਸਲ ਵੇਚ ਸਕਦਾ ਹੈ ਜਿੱਥੇ ਰੇਟ ਉਸ ਨੂੰ ਸਹੀ ਲੱਗਦਾ ਹੈ। ਇਹ ਸਰਕਾਰ ਦਾ ਕਹਿਣਾ ਹੈ। ਤੇ ਅਗਲਾ ਪੁਆਇੰਟ ਹੈ ਬੈਰੀਅਰ ਫ੍ਰੀ ਇੰਟਰ ਸਟੇਟ ਐਂਡ ਇੰਟਰਾ ਸਟੇਟ, ਮਤਲਬ ਦੂਜੀ ਸਟੇਟ ਵਿੱਚ ਵੇਚਣ ਲਈ ਕਿਸਾਨ ਲਈ ਬੈਰੀਅਰ ਖਤਮ ਹੋ ਜਾਣਗੇ। ਕੋਈ ਵੀ ਸਟੇਟ ਦੀ ਸਰਕਾਰ ਤੁਹਾਨੂੰ ਨਹੀਂ ਰੋਕ ਸਕਦੀ ਤੇ ਕਿਸਾਨ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ। ਪਰ ਹੁਣ ਇਹਨਾਂ ਨੂੰ ਕੌਣ ਸਮਝਾਵੇ ਕਿ ਸਾਡੇ ਦੇਸ਼ ਦੇ ਅੰਦਰ ਇਸ ਵਕਤ 86.21% ਛੋਟੇ ਕਿਸਾਨ ਨੇ, ਮਤਲਬ ਜਿਨ੍ਹਾਂ ਕੋਲ 2 ਹੈਕਟੇਅਰ ਦੇ ਨੇੜੇ ਤੇੜੇ ਜ਼ਮੀਨ ਹੈ, ਜੋ ਕਿ 4 ਤੋਂ 5 ਕਿੱਲੇ ਬਣਦੇ ਨੇ। ਸੋ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ 4-5 ਕਿੱਲਿਆਂ ਵਾਲਾ ਕਿਸਾਨ ਕੀ ਆਪਣੀ ਫਸਲ ਨੂੰ ਦੂਜੀ ਸਟੇਟ ਵਿੱਚ ਲੈ ਕੇ ਜਾ ਸਕਦਾ ਹੈ? ਸੋ ਕੁੱਲ ਮਿਲਾ ਕੇ APMC ਮੰਡੀਆਂ ਹੌਲੀ-ਹੌਲੀ ਖਤਮ ਹੋ ਜਾਣਗੀਆਂ ਤੇ ਨਾਲ ਦੀ ਨਾਲ ਜੋ ਮਿਨੀਮਮ ਸਪੋਰਟ ਪ੍ਰਾਈਸ MSP ਹੈ ਉਹ ਵੀ ਖਤਮ ਹੋ ਜਾਵੇਗਾ, ਕਿਉਂਕਿ ਸਰਕਾਰ ਇਹ ਚਾਹੁੰਦੀ ਹੈ, ਚਾਹੇ ਉਹ ਸਾਹਮਣੇ ਆ ਕੇ ਕਹੇ ਜਾਂ ਨਾ ਕਹੇ, ਕਿ ਆਉਣ ਵਾਲੇ ਸਮੇਂ ਵਿੱਚ ਮਿਨੀਮਮ ਸਪੋਰਟ ਪ੍ਰਾਈਸ MSP ਖਤਮ ਕਰ ਦਿੱਤੀ ਜਾਵੇ, ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਦੇ ਉੱਤੇ ਬਹੁਤ ਵੱਡਾ ਭਾਰ ਸਮਝਿਆ ਜਾ ਰਿਹਾ ਹੈ। ਤੇ ਇਸ ਕਾਰਨ ਫੂਡ ਕਾਰਪੋਰੇਸ਼ਨ ਆਫ ਇੰਡੀਆ 2.5 ਲੱਖ ਕਰੋੜ ਤੋਂ ਜ਼ਿਆਦਾ ਕਰਜ਼ ਥੱਲੇ ਦਬ ਚੁੱਕਿਆ ਹੈ। ਤੇ ਹੁਣ ਅਗਲੇ ਬਿੱਲ ਬਾਰੇ ਗੱਲ ਕਰਦੇ ਹਾਂ, ਦਾ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸ ਆਰਡੀਨੈਂਸ 2020। ਤੇ ਹੁਣ ਆਪਾਂ ਇਸ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਬਿੱਲ ਵਿੱਚ ਕਿਸਾਨ ਵੱਡੇ ਪਲੇਅਰਾਂ ਦੇ ਨਾਲ ਲਿਮਟਿਡ ਟਾਈਮ ਲਈ 1 ਤੋਂ 5 ਸਾਲ ਲਈ ਐਗਰੀਮੈਂਟ ਕਰ ਸਕਦਾ ਹੈ। ਮਤਲਬ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਆ ਕਿ ਬੀਜਣ ਤੋਂ ਪਹਿਲਾਂ ਹੀ ਕਿਸਾਨ ਕਿਸੇ ਇਨਸਾਨ ਨਾਲ ਐਗਰੀਮੈਂਟ ਕਰ ਲੈਂਦਾ ਹੈ ਕਿ ਇਹ ਸਾਡੀ ਫਸਲ ਹੈ, ਇਹ ਸਾਡਾ ਉਤਪਾਦ ਹੈ, ਤਿਆਰ ਹੋਣ ਤੋਂ ਬਾਅਦ ਤੁਸੀਂ ਇਸ ਰੇਟ ਤੇ ਲੈਣਾ ਹੈ। ਤੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਫਸਲ ਪੱਕਣ ਤੋਂ ਬਾਅਦ ਚਿੰਤਾ ਨਹੀਂ ਹੋਵੇਗੀ ਕਿ ਉਸ ਨੂੰ ਫਸਲ ਕਿਸ ਨੂੰ ਵੇਚਣੀ ਹੈ, ਉਸ ਨੇ ਸਭ ਕੁਝ ਪਹਿਲਾਂ ਹੀ ਐਗਰੀਮੈਂਟ ਤੇ ਤੈਅ ਕੀਤਾ ਹੋਵੇਗਾ। ਪਰ ਅਸਲ ਵਿੱਚ ਇਹ ਬਿੱਲ ਦੇ ਫਾਇਦੇ ਘੱਟ ਨੇ, ਨੁਕਸਾਨ ਜ਼ਿਆਦਾ ਨੇ। ਤੇ ਆਪਾਂ ਨੁਕਸਾਨ ਬਾਰੇ ਸਮਝਦੇ ਹਾਂ ਕਿ ਨੁਕਸਾਨ ਕਿਵੇਂ ਹੋ ਸਕਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਮੰਨ ਲਓ ਕਿ ਕਿਸਾਨ ਨੇ 20 ਰੁਪਏ ਵਿੱਚ ਐਗਰੀਮੈਂਟ ਕੀਤਾ ਹੋਇਆ ਹੈ ਵੱਡੇ ਉਦਯੋਗਪਤੀ ਨਾਲ ਆਪਣੇ ਕਿਸੇ ਵੀ ਉਤਪਾਦ ਦਾ, ਤੇ ਹੁਣ ਜਦੋਂ 3 ਮਹੀਨੇ ਬਾਅਦ ਉਸ ਦੀ ਉਹ ਫਸਲ ਪੱਕਣੀ ਹੈ, ਉਸ ਸਮੇਂ ਮਾਰਕੀਟ ਰੇਟ ਉਹ ਫਸਲ ਦਾ 25 ਰੁਪਏ ਹੋ ਗਿਆ, ਪਰ ਕਿਸਾਨ ਨੂੰ 20 ਰੁਪਏ ਹੀ ਵੇਚਣਾ ਪੈਣਾ ਹੈ ਕਿਉਂਕਿ ਉਸਨੇ ਐਗਰੀਮੈਂਟ ਵਿੱਚ ਲਿਖਿਆ ਹੋਇਆ ਹੈ। ਤੇ ਉਹ ਖਰੀਦ ਵੀ ਲੈਣਗੇ ਕਿਉਂਕਿ ਉਹਨਾਂ ਨੇ ਐਗਰੀਮੈਂਟ ਕੀਤਾ ਹੋਇਆ ਹੈ। ਪਰ ਜੇਕਰ ਉਸ ਸਮੇਂ ਰੇਟ 15 ਰੁਪਏ ਹੋ ਗਿਆ ਤਾਂ ਵੱਡੇ ਪਲੇਅਰ ਸਾਨੂੰ 20 ਰੁਪਏ ਨਹੀਂ ਦੇਣਗੇ ਜੋ ਐਗਰੀਮੈਂਟ ਵਿੱਚ ਲਿਖੇ ਹੋਏ ਨੇ। ਇਸ ਵਕਤ ਫਿਰ ਉਹ ਬਹਾਨੇ ਬਣਾਉਣਗੇ ਖਰੀਦਣ ਵਾਲੇ ਕਿ ਤੁਹਾਡਾ ਅਨਾਜ ਦਾ ਦਾਣਾ ਛੋਟਾ ਹੈ, ਕਲਰ ਸਹੀ ਤਰੀਕੇ ਨਾਲ ਨਹੀਂ ਆਇਆ, ਤੇ ਜਿਸ ਸਮੇਂ ਕਿਸਾਨ ਦੀ ਫਸਲ ਖਰੀਦਣੀ ਹੈ ਉਸ ਸਮੇਂ ਉਹ ਥੋੜਾ ਰੁਕ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਕੋਲ ਸਟੋਰੇਜ ਦੀ ਕਮੀ ਹੈ। ਤੇ ਦੂਜਾ ਇਸ ਐਗਰੀਮੈਂਟ ਦਾ ਤਰੀਕਾ ਇਹ ਹੈ ਕਿ ਕੰਪਨੀ ਖੁਦ ਖੇਤੀ ਕਰੇਗੀ ਤੁਹਾਡੀ ਜ਼ਮੀਨ ਤੇ ਤੁਹਾਡੇ ਨਾਲ 5 ਤੋਂ 10 ਸਾਲ ਦਾ ਲਿਖਤੀ ਰੂਪ ਵਿੱਚ ਐਗਰੀਮੈਂਟ ਕਰ ਲਵੇਗੀ ਕਿ 5 ਤੋਂ 10 ਸਾਲ ਤੱਕ ਅਸੀਂ ਤੁਹਾਡੀ ਜ਼ਮੀਨ ਤੇ ਖੇਤੀ ਕਰਾਂਗੇ ਤੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਪਰ ਇਸ ਦੇ ਬਦਲੇ ਤੁਹਾਨੂੰ ਉਹ 70,000 ਜਾਂ ਲੱਖ ਰੁਪਇਆ ਵੀ ਦੇ ਦੇਣਗੇ ਤੇ ਛੋਟਾ ਕਿਸਾਨ ਖੁਸ਼ੀ-ਖੁਸ਼ੀ ਐਗਰੀਮੈਂਟ ਕਰਨ ਲਈ ਤਿਆਰ ਹੋ ਜਾਵੇਗਾ। ਪਰ 2-3 ਸਾਲ ਬਾਅਦ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਤੁਹਾਨੂੰ ਆਪਣੀ ਮਨਮਰਜ਼ੀ ਦਾ ਠੇਕਾ ਦੇਣਗੇ, ਆਪਣੀ ਮਨਮਰਜ਼ੀ ਦੀ ਕੀਮਤ ਦੇਣਗੇ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਮੀਨ ਤੇ ਕੋਈ ਕੰਮ ਵੀ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ 5 ਤੋਂ 10 ਸਾਲ ਦਾ ਐਗਰੀਮੈਂਟ ਹੋਇਆ ਹੈ। ਤੇ ਅਸੀਂ ਅਕਸਰ ਬਹੁਤ ਸਾਰੇ ਕਿੱਤਿਆਂ ਵਿੱਚ ਐਗਰੀਮੈਂਟ ਵਾਲੇ ਲੋਕ ਦੁਖੀ ਹੋਏ ਦੇਖੇ ਨੇ। ਸੋ ਇਹ ਚੀਜ਼ ਨਾਲ ਕਿਸਾਨ ਦਾ ਬਹੁਤ ਹੀ ਬੁਰਾ ਹਾਲ ਹੋ ਸਕਦਾ ਹੈ। ਤੇ ਸਰਕਾਰ ਦਾਅਵੇ ਕਰਦੀ ਹੈ ਕਿ ਇਦਾਂ ਦਾ ਕੁਝ ਨਹੀਂ ਹੋਵੇਗਾ, ਇਹ ਸਾਰੀਆਂ ਅਫਵਾਹਾਂ ਨੇ। ਤਾਂ ਫਿਰ ਸਰਕਾਰ ਇਹ ਸਭ ਚੀਜ਼ਾਂ ਬਿੱਲ ਦੇ ਵਿੱਚ ਲਿਖ ਕੇ ਕਿਉਂ ਨਹੀਂ ਦੇ ਦਿੰਦੀ? ਤੇ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਕੋਈ ਮਸਲਾ ਹੁੰਦਾ ਹੈ ਤਾਂ ਤੁਸੀਂ ਇਸ ਨੂੰ SDM ਜਾਂ DC ਲੈਵਲ ਤੇ ਨਿਪਟਾ ਸਕਦੇ ਹੋ। ਮਤਲਬ ਕਿਸਾਨ ਕੇਸ ਨਹੀਂ ਕਰ ਸਕਦਾ, ਕਿਸੇ ਅਦਾਲਤ ਵਿੱਚ ਨਹੀਂ ਜਾ ਸਕਦਾ। ਤੇ ਹੁਣ ਤੁਸੀਂ ਖੁਦ ਸੋਚ ਸਕਦੇ ਹੋ ਕਿ SDM ਕੋਲ ਇੱਕ ਛੋਟਾ ਕਿਸਾਨ ਜਾਵੇਗਾ ਤੇ ਉਹ ਪਲੇਅਰ ਬਹੁਤ ਵੱਡੇ
ਹੁੰਦੇ ਨੇ। ਕਹਿਣ ਦਾ ਮਤਲਬ ਕਿ ਉਹਨਾਂ ਦੇ ਕੋਲ ਇੰਨੀ ਤਾਕਤ ਹੋਵੇਗੀ ਕਿ ਉਹ ਸਰਕਾਰੀ ਵਿਵਸਥਾ ਤੇ ਕਾਨੂੰਨੀ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੇ ਨੇ। ਸੋ ਇਸ ਕਰਕੇ ਕਿਸਾਨ ਨੂੰ ਇੱਥੇ ਉਸ ਦਾ ਹੱਕ ਮਿਲਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਸੋ ਇਸ ਦੇ ਵਿੱਚ ਕੁੱਲ ਮਿਲਾ ਕੇ ਇਹੀ ਹੈ ਕਿ ਜਦੋਂ ਕਿਸਾਨ ਦੀ ਫਸਲ ਪੱਕਣੀ ਹੈ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਹੀ ਦੇਣਾ ਹੈ ਕਿਸਾਨ ਦੀ ਫਸਲ ਟਾਈਮ ਸਿਰ ਨਾ ਚੱਕਣ ਦਾ। ਤੇ ਹੁਣ ਜਿਹੜਾ ਅਗਲਾ ਬਿੱਲ ਹੈ ਇਹ ਬਹੁਤ ਹੀ ਮਹੱਤਵਪੂਰਨ ਬਿੱਲ ਹੈ। ਇਹ ਆਮ ਜਨਤਾ ਨੂੰ, ਆਮ ਨਾਗਰਿਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗਾ ਜੋ ਖੇਤੀ ਨਾਲ ਨਹੀਂ ਜੁੜਿਆ। ਐਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਆਰਡੀਨੈਂਸ 2020। ਸੋ ਇਹ ਐਕਟ ਆਇਆ ਸੀ 1955 ਦੇ ਵਿੱਚ। ਸੋ ਉਸ ਵਕਤ ਆਪਣੇ ਦੇਸ਼ ਦੀ ਸ਼ਿਪ ਟੂ ਮਾਊਥ ਇਕਨੋਮੀ ਸੀ। ਸੋ ਕਹਿਣ ਦਾ ਮਤਲਬ ਕਿ ਉਸ ਵਕਤ ਅਮਰੀਕਾ ਤੋਂ ਅਨਾਜ ਦੇ ਜਹਾਜ਼ ਆਉਂਦੇ ਸੀ ਜਿਸ ਨਾਲ ਆਪਣੇ ਇੱਥੇ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਸੀ। ਸੋ ਉਸ ਵਕਤ ਇਹ ਐਕਟ ਲਿਆਉਣਾ ਇਸ ਕਰਕੇ ਜ਼ਰੂਰੀ ਸੀ ਕਿ ਜੇਕਰ ਵਪਾਰੀ ਕਾਲਾ ਬਾਜ਼ਾਰੀ ਤੇ ਅਨਾਜ ਦੀ ਸਟੋਰੇਜ ਗਲਤ ਤਰੀਕੇ ਨਾਲ ਕਰੇ ਤਾਂ ਉਸ ਨੂੰ ਰੋਕਿਆ ਜਾ ਸਕੇ ਤੇ ਆਮ ਜਨਤਾ ਨੂੰ ਫਸਲਾਂ, ਅਨਾਜ, ਦਾਲਾਂ ਤੇ ਹੋਰ ਵੀ ਜੋ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਨੇ ਉਹ ਸਹੀ ਮੁੱਲ ਤੇ ਮਿਲ ਸਕਣ। ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਹੁਣ ਸਾਡੇ ਦੇਸ਼ ਵਿੱਚ ਜੋ ਪ੍ਰੋਡਕਸ਼ਨ ਹੋ ਰਹੀ ਹੈ ਉਹ ਫਸਲਾਂ ਤੇ ਦਾਲਾਂ ਦੀ ਉਸ ਸਮੇਂ ਤੋਂ 20 ਗੁਣਾ ਜ਼ਿਆਦਾ ਹੋ ਰਹੀ ਹੈ ਤੇ ਜਿਸ ਕਰਕੇ ਸਾਨੂੰ ਇਹ ਕਾਨੂੰਨ ਦੀ ਹੁਣ ਲੋੜ ਨਹੀਂ ਹੈ। ਮਤਲਬ ਹੁਣ ਅਸੀਂ ਆਲੂ, ਪਿਆਜ਼, ਦਾਲਾਂ, ਤਿਲ, ਅਨਾਜ ਤੇ ਹੋਰ ਜ਼ਰੂਰੀ ਵਸਤਾਂ ਨੂੰ ਐਸੈਂਸ਼ੀਅਲ ਕਮੋਡਿਟੀ ਤੋਂ ਹਟਾ ਰਹੇ ਹਾਂ। ਮਤਲਬ ਕਿ ਹੁਣ ਵਪਾਰੀ ਇਹਨਾਂ ਚੀਜ਼ਾਂ ਦਾ ਜਿੰਨਾ ਚਾਹੇ ਉਨਾ ਸਟਾਕ ਕਰ ਸਕਦਾ ਹੈ ਕਿਉਂਕਿ ਹੁਣ ਸਟਾਕ ਨਾ ਕਰਨ ਵਾਲਾ ਐਕਟ ਖਤਮ ਕਰ ਦਿੱਤਾ ਗਿਆ ਹੈ ਤੇ ਹੁਣ ਸਰਕਾਰ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੰਟਰੋਲ ਨਹੀਂ ਕਰ ਸਕੇਗੀ। ਪਰ ਸ਼ਰਤ ਇਹ ਹੈ ਕਿ ਉਸ ਵਕਤ ਦੇਸ਼ ਵਿੱਚ ਕੋਈ ਯੁੱਧ ਜਾਂ ਆਫਤ ਨਾ ਆਈ ਹੋਵੇ ਤੇ ਇਸ ਦੇ ਨੁਕਸਾਨ ਹੁਣ ਆਮ ਜਨਤਾ ਨੂੰ ਇਹ ਭੁਗਤਣੇ ਪੈਣਗੇ ਕਿ ਵੱਡੇ ਵਪਾਰੀ ਕਿਸਾਨਾਂ ਤੋਂ ਸਸਤੇ ਰੇਟਾਂ ਵਿੱਚ ਫਸਲ ਖਰੀਦ ਤਾਂ ਲੈਣਗੇ ਪਰ ਉਸ ਨੂੰ ਸਟੋਰ ਕਰ ਲੈਣਗੇ ਤੇ ਜਦੋਂ ਮਾਰਕੀਟ ਵਿੱਚ ਉਸ ਦੀ ਕਮੀ ਆਵੇਗੀ ਉਸ ਵਕਤ ਉਸ ਨੂੰ ਮਹਿੰਗੇ ਰੇਟ ਤੇ ਵੇਚਣਗੇ। ਜਿਵੇਂ ਕਿ ਇੱਕ ਬਹੁਤ ਵੱਡੀ ਉਦਾਹਰਨ ਪਿਆਜ਼ ਤੁਹਾਡੇ ਸਾਹਮਣੇ ਹੈ ਹੀ ਹੈ ਤੇ ਜਿਵੇਂ ਪਿਆਜ਼ ਦਾ ਰੇਟ ਇੰਨੇ ਅਸਮਾਨਾਂ ਤੇ ਜਾ ਕੇ ਆਇਆ ਹੈ ਇਸੇ ਤਰ੍ਹਾਂ ਹੁਣ ਹਰ ਇੱਕ ਚੀਜ਼ ਦਾ ਤੁਹਾਨੂੰ ਦੇਖਣ ਨੂੰ ਮਿਲਿਆ ਕਰੇਗਾ ਤੇ ਇਸ ਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਹੋਵੇਗਾ ਤੇ ਫਾਇਦਾ ਵੱਡੇ ਵਪਾਰੀਆਂ ਨੂੰ ਹੋਵੇਗਾ ਜੋ ਵੱਡੀ ਖਰੀਦ ਕਰਕੇ ਰੱਖਣਗੇ। ਤੇ ਸਾਡੇ ਦੇਸ਼ ਵਿੱਚ ਗਰੀਬੀ ਰੇਖਾ ਤੁਹਾਨੂੰ ਪਤਾ ਹੀ ਹੈ ਤੇ ਸਾਡੀ ਸਰਕਾਰ ਜਿੰਨੇ ਵੀ ਗਰੀਬ ਲੋਕਾਂ ਤੱਕ ਅੰਨ ਪਹੁੰਚਾਉਂਦੀ ਹੈ ਜੋ ਬਹੁਤ ਹੀ ਸਸਤੇ ਰੇਟਾਂ ਤੇ ਦਿੱਤਾ ਜਾਂਦਾ ਹੈ ਤੇ ਹੋ ਸਕਦਾ ਹੈ ਇਸ ਤੋਂ ਬਾਅਦ ਇੰਨੇ ਸਸਤੇ ਰੇਟਾਂ ਤੇ ਉਹ ਵੀ ਨਾ ਦੇ ਸਕਣ। ਤੇ ਤੁਹਾਨੂੰ ਦੱਸ ਦਈਏ ਕਿ 2005 ਤੇ 6 ਦੇ ਵਿੱਚ ਭਾਰਤ ਸਰਕਾਰ ਨੇ ਵੱਡੇ ਪਲੇਅਰਾਂ ਨੂੰ ਇਜਾਜ਼ਤ ਦੇ ਦਿੱਤੀ ਸੀ ਕਿ ਤੁਸੀਂ ਅਨਾਜ ਖਰੀਦ ਸਕਦੇ ਹੋ ਤੇ ਉਸ ਵਕਤ ਪ੍ਰਾਈਵੇਟ ਪਲੇਅਰਾਂ ਨੇ ਕਿਸਾਨ ਤੋਂ ਅਨਾਜ ਖਰੀਦ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸਟੋਰੇਜ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਫਿਰ ਅਚਾਨਕ ਦੇਸ਼ ਦੇ ਵਿੱਚ ਅਨਾਜ ਦੀ ਕਮੀ ਹੋਈ ਤਾਂ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਕਿੰਨਾ ਅਨਾਜ ਪਿਆ ਹੈ, ਸਾਨੂੰ ਲੋੜ ਹੈ, ਅਸੀਂ ਖਰੀਦਣਾ ਹੈ, ਤੁਸੀਂ ਸਾਨੂੰ ਆਪਣੇ ਸਟਾਕ ਦਾ ਸਟੇਟਸ ਦੱਸੋ ਤੇ ਉਸ ਵਕਤ ਵੀ ਉਹਨਾਂ ਨੇ ਸਟਾਕ ਸਟੇਟਸ ਸਹੀ ਨਹੀਂ ਦੱਸਿਆ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਮਜਬੂਰਨ ਵਿਦੇਸ਼ਾਂ ਤੋਂ ਅਨਾਜ ਇੰਪੋਰਟ ਕਰਾਉਣਾ ਪਿਆ। ਸੋ ਇਹ ਬਿੱਲ ਵਿੱਚ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਦੇ ਵਿੱਚ ਜਮਾਖੋਰੀ ਤੇ ਬਲੈਕ ਮਾਰਕੀਟ ਬਹੁਤ ਹੀ ਜ਼ਿਆਦਾ ਵਧੇਗੀ ਤੇ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਆਮ ਕੰਜ਼ਿਊਮਰ ਨੂੰ ਨੁਕਸਾਨ ਹੋਵੇਗਾ। ਤੇ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਅੰਦਰ 50 ਤੋਂ 55% ਲੋਕਾਂ ਦੀ ਜ਼ਿੰਦਗੀ ਖੇਤੀ ਨਾਲ ਹੀ ਚੱਲਦੀ ਹੈ ਤੇ GDP ਦੇ ਵਿੱਚ ਖੇਤੀਬਾੜੀ ਦਾ ਯੋਗਦਾਨ 16 ਤੋਂ 18% ਤੱਕ ਹੈ ਤੇ ਜੇਕਰ ਗ੍ਰਾਮੀਣ ਖੇਤਰਾਂ ਦੀ ਗੱਲ ਕਰੀਏ ਤਾਂ 70 ਤੋਂ 75% ਤੱਕ ਲੋਕ ਖੇਤੀਬਾੜੀ ਤੇ ਨਿਰਭਰ ਨੇ। ਸੋ ਸਰਕਾਰ ਹਮੇਸ਼ਾ ਐਗਰੀਕਲਚਰ ਖੇਤਰ ਦੀ ਗੱਲ ਤਾਂ ਕਰਦੀ ਹੈ ਕਿ ਐਗਰੀਕਲਚਰ ਖੇਤਰ ਦੇ ਵਿੱਚ 4% ਗਰੋਥ ਹੋਈ, 6% ਗਰੋਥ ਹੋਈ, ਪਰ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੀ। ਸੋ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹੁਣ ਇਹ 3 ਬਿੱਲ ਲੈ ਕੇ ਆਇਓ ਤੇ ਤੁਸੀਂ ਵਾਰ-ਵਾਰ ਇਹ ਕਹਿ ਰਹੇ ਹੋ ਕਿ ਅਸੀਂ MSP ਤੇ ਕੋਈ ਵੀ ਛੇੜਛਾੜ ਨਹੀਂ ਕੀਤੀ ਹੈ ਤੇ ਨਾ ਹੀ ਕਰਾਂਗੇ ਤਾਂ ਫਿਰ ਤੁਸੀਂ ਇੱਕ ਆਰਡੀਨੈਂਸ ਹੋਰ ਲੈ ਕੇ ਆਓ ਤੇ ਉਸ ਵਿੱਚ ਦੱਸੋ ਕਿ MSP ਕਿਸਾਨਾਂ ਦਾ ਕਾਨੂੰਨੀ ਅਧਿਕਾਰ ਹੈ ਤੇ ਉਸ ਦੇ ਨਾਲ ਕੋਈ ਵੀ ਕਾਨੂੰਨੀ ਤੌਰ ਤੇ ਛੇੜਛਾੜ ਨਹੀਂ ਕੀਤੀ ਜਾਵੇਗੀ। ਤੇ ਦੂਜਾ ਕਿਸਾਨਾਂ ਦਾ ਕਹਿਣਾ ਇਹ ਹੈ ਕਿ APMC ਮੰਡੀਆਂ ਵਿੱਚ ਸੁਧਾਰ ਕੀਤਾ ਜਾਵੇ, ਉਹਨਾਂ ਦਾ ਢਾਂਚਾ ਹੋਰ ਮਜ਼ਬੂਤ ਕੀਤਾ ਜਾ ਸਕੇ ਤਾਂ ਜੋ ਉੱਥੋਂ ਟੈਕਸ ਇਕੱਠਾ ਕੀਤਾ ਜਾਂਦਾ ਹੈ ਉਸ ਨਾਲ ਗ੍ਰਾਮੀਣ ਵਿਕਾਸ ਕੀਤਾ ਜਾ ਸਕੇ। ਸੋ ਕਿਸਾਨਾਂ ਦਾ ਹੁਣ ਇਹੀ ਕਹਿਣਾ ਹੈ ਕਿ ਜੇਕਰ ਤੁਸੀਂ ਕਾਲਾ ਬਾਜ਼ਾਰੀ ਵਾਲੇ ਬਿੱਲ ਨੂੰ ਖਾਰਿਜ ਕਰਦੇ ਹੋ ਤੇ MSP ਨੂੰ ਲਿਖਤੀ ਰੂਪ ਵਿੱਚ ਦੇ ਦਿੰਦੇ ਹੋ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ। ਸੋ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਇਕੱਠ ਵੱਧਦਾ ਹੀ ਜਾ ਰਿਹਾ ਹੈ ਤੇ ਯੂਥ ਬਹੁਤ ਹੀ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ। ਸੋ ਇਹ ਸਾਡੇ ਲਈ ਬਹੁਤ ਹੀ ਵਧੀਆ ਗੱਲ ਹੈ। ਸੋ ਜੇਕਰ ਆਪਾਂ ਦੇਖੀਏ ਕਿ ਯੂਥ ਨੂੰ ਆਪਣੇ ਨਾਲ ਜੋੜਨ ਦਾ ਕੰਮ ਸਭ ਤੋਂ ਵਧੀਆ ਭਾਨਾ ਸਿੱਧੂ ਤੇ ਉਹਨਾਂ ਦੀ ਟੀਮ ਵੀ ਕਰ ਰਹੀ ਹੈ। ਸੋ ਉਹਨਾਂ ਨੂੰ ਸਾਨੂੰ ਹੋਰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਨਾ ਕਿ ਇਹ ਕਹਿਣਾ ਚਾਹੀਦਾ ਹੈ ਕਿ ਇਹ ਬੰਦਾ ਆਪਣੀ ਮਸ਼ਹੂਰੀ ਲਈ ਆ ਰਿਹਾ ਹੈ। ਸੋ ਬੇਸ਼ੱਕ ਕੋਈ ਸਿੰਗਰ ਵੀ ਮੈਦਾਨ ਦੇ ਵਿੱਚ ਆ ਰਿਹਾ ਹੈ ਤਾਂ ਉਸ ਨੂੰ ਇਹ
ਕਹਿਣਾ ਗਲਤ ਹੋਵੇਗਾ ਕਿ ਉਹ ਆਪਣੀ ਮਸ਼ਹੂਰੀ ਲਈ ਆ ਰਿਹਾ ਹੈ। ਸੋ ਸਾਨੂੰ ਘਰੇ ਬੈਠ ਕੇ ਇਹਨਾਂ ਨੂੰ ਡੀਮੋਟੀਵੇਟ ਕਰਨ ਦੀ ਬਜਾਏ ਮੋਟੀਵੇਟ ਕਰਨਾ ਚਾਹੀਦਾ ਹੈ। ਸੋ ਉਹਨਾਂ ਨੂੰ ਦੇਖ ਕੇ ਕਿੰਨਾ ਹੀ ਯੂਥ ਉੱਥੇ ਪਹੁੰਚਦਾ ਹੈ। ਸੋ ਗੱਲ ਇਹ ਹੈ ਕਿ ਧਰਨਿਆਂ ਦੇ ਇਕੱਠ ਵੱਡੇ ਹੋਣੇ ਚਾਹੀਦੇ ਨੇ। ਸੋ ਇਹ ਮਾਇਨੇ ਨਹੀਂ ਰੱਖਦਾ ਕਿ ਇਕੱਠ ਸੋਸ਼ਲ ਮੀਡੀਆ ਤੋਂ ਹੋਇਆ ਜਾਂ ਫਿਰ ਕਿਸੇ ਸਿੰਗਰ ਕਾਰਨ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਇਹ ਸਟੇਟ ਸਬਜੈਕਟ ਹੈ। ਇਸ ਵਿੱਚ ਕੇਂਦਰ ਆਪਣਾ ਤੱਕਾ ਨਹੀਂ ਜਮਾ ਸਕਦੀ। ਤੇ ਹੁਣ ਤੁਸੀਂ ਕਦੇ ਸੋਚਿਆ ਕਿ ਆਪਣੇ ਰਾਜ ਤੋਂ ਇਹ ਬਿੱਲ ਕਿਵੇਂ ਪਾਸ ਹੋ ਗਿਆ? ਆਪਣੇ ਇੱਥੇ ਤਾਂ ਉਹਨਾਂ ਦੀ ਬਹੁਮਤ ਸਰਕਾਰ ਹੀ ਨਹੀਂ ਹੈ। ਸੋ ਲਾਸਟ ਵਿੱਚ ਅਸੀਂ ਇਹੀ ਦੱਸਣਾ ਚਾਹਾਂਗੇ ਕਿ 1993 ਦੇ ਵਿੱਚ ਬਾਸਮਤੀ ਦਾ ਰੇਟ 2700 ਰੁਪਏ ਸੀ ਤੇ ਲੰਬਾਈ 130 ਰੁਪਏ। ਪਰ ਅੱਜ ਅਸੀਂ 4 ਤੋਂ 5000 ਰੁਪਏ ਦੇ ਕੇ ਹਟੇ ਹਾਂ ਤੇ ਡੀਜ਼ਲ ਉਸ ਵਕਤ 70 ਰੁਪਏ ਹੁੰਦਾ ਸੀ, ਜਦ ਕਿ ਅੱਜ 72 ਤੋਂ 75 ਰੁਪਏ ਹੈ। ਤੇ ਜੇਕਰ ਹੁਣ ਉਸ ਸਮੇਂ ਦੇ ਖਰਚੇ ਦੇ ਹਿਸਾਬ ਨਾਲ ਰੇਟ ਦੇਖੀਏ ਤਾਂ ਬਹੁਤ ਜ਼ਿਆਦਾ ਸੀ, ਤੇ ਹੁਣ ਅੱਜ ਦੇ ਖਰਚਿਆਂ ਦੇ ਹਿਸਾਬ ਨਾਲ ਕਿੰਨਾ ਰੇਟ ਹੋਣਾ ਚਾਹੀਦਾ ਹੈ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਸਰਕਾਰ ਦੇ ਪਹਿਲੇ ਰੂਲ ਤਾਂ ਕੰਮ ਨਹੀਂ ਕਰਦੇ, ਇਹ ਨਵੇਂ ਰੂਲ ਬਣਾਉਣ ਨੂੰ ਫਿਰਦੇ ਨੇ। ਤੇ ਮਿੱਲਾਂ ਦੇ ਹਾਲ ਤੁਸੀਂ ਦੇਖ ਹੀ ਸਕਦੇ ਹੋ। ਮਿੱਲ ਦਾ 14 ਦਿਨ ਵਿੱਚ ਪੈਸੇ ਦੇਣ ਦਾ ਰੂਲ ਹੁੰਦਾ ਹੈ, ਪਰ 2-2 ਸਾਲ ਹੋ ਜਾਂਦੇ ਨੇ, ਲੋਕਾਂ ਦੇ ਪੂਰੇ ਪੈਸੇ ਨਹੀਂ ਆਉਂਦੇ। ਸੋ ਜਿਹੜੇ ਬੰਦੇ ਇਹ ਬਿੱਲ ਦਾ ਸਮਰਥਨ ਕਰਦੇ ਨੇ ਉਹਨਾਂ ਨੂੰ ਅਸੀਂ ਲਾਸਟ ਵਿੱਚ ਇਹੀ ਕਹਾਂਗੇ ਕਿ ਅਸੀਂ ਚੰਦ ਤੇ ਪਹੁੰਚੀਏ ਜਾਂ ਮੰਗਲ ਤੇ, ਪਰ ਢਿੱਡ ਸਾਡਾ ਅਨਾਜ ਨੇ ਹੀ ਭਰਨਾ ਹੈ, ਜੋ ਕਿ ਅਸੀਂ ਸਭ ਜਾਣਦੇ ਹਾਂ। ਜਿਸ ਨੂੰ ਉਪਜਾਉਣ ਦਾ ਕੰਮ ਕਿਸਾਨ ਕਰਦਾ ਹੈ, ਨਾ ਕਿ ਉਦਯੋਗਪਤੀ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰ ਇੱਕ ਇਨਸਾਨ ਇਹਨਾਂ ਬਿੱਲਾਂ ਬਾਰੇ ਜਾਣ ਸਕੇ। ਸੋ ਜੇਕਰ ਤੁਸੀਂ ਇਹ ਵੀਡੀਓ ਨੂੰ ਹੁਣ ਤੱਕ ਦੇਖ ਰਹੇ ਹੋ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹ ਵੀਡੀਓ ਨੂੰ ਉਹੀ ਇਨਸਾਨ ਪੂਰੀ ਦੇਖੇਗਾ ਜੋ ਆਪਣੇ ਬਣਦੇ ਹੱਕਾਂ ਬਾਰੇ ਜਾਣਨਾ ਚਾਹੁੰਦਾ ਹੋਵੇਗਾ।